ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ ਬੈਰਾੜੀ ਰਾਗ ਦੇ ਵਿੱਚ 720 ਅੰਗ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ, ਅੰਕਿਤ ਹੈ। ਰਾਗ ਬੈਰਾੜੀ ਮਹੱਲਾ ਪੰਜਵਾ। ਬੈਰਾੜੀ ਇੱਕ ਰਾਗ ਦਾ ਨਾਮ। ਗੁਰੂ ਗ੍ਰੰਥ ਸਾਹਿਬ ਜੀ ਵਿੱਚ 31 ਰਾਗ ਹਨ, ਉਹਨਾਂ ਵਿੱਚੋਂ ਇੱਕ ਰਾਗ ਹੈ ਬੈਰਾੜੀ। ਤੇ ਪਹਿਲੇ ਘਰ ਦੇ ਵਿੱਚ ਇਸ ਨੂੰ ਗਾਇਨ ਕਰਨ ਲਈ ਕਹਿ ਰਹੇ ਨੇ ਗੁਰੂ ਅਰਜਨ ਦੇਵ ਜੀ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ। ਓੰਕਾਰ ਉਹਦਾ ਉਹ ਬੋਲ ਆ, ਜੀਤੋ ਕੀਤਾ ਫਸਾਓ ਏਕੋ ਕਵਾਓ, ਤੈਸਤੇ ਹੋਏ ਲਖ ਦਰਿਆਓ। ਓੰਕਾਰ ਆਦ ਕਥਨੀ ਅਨਾਦ। ਜਿਸ ਤੋਂ ਬੰਦੇ ਨੂੰ ਪਤਾ ਲੱਗਦਾ ਹੈ ਗੁਰਸਿੱਖ ਪਿਆਰਿਓ ਕਿ ਇਹ ਕਾਇਨਾਤ ਬਣੀ ਆ, ਸ੍ਰਿਸ਼ਟੀ ਬਣੀ ਆ। ਜੋ ਚਾਹਤ ਸੋਈ ਮਨ ਪਾਇਓ। ਗੁਰੂ ਮਹਾਰਾਜ ਨੇ ਫਰਮਾਇਆ ਹੈ ਕਿ ਸਤਿਗੁਰ ਪ੍ਰਸਾਦ, ਜੋ ਗੁਰੂ ਤੋਂ ਆਪਾਂ ਚਾਹੁੰਦੇ ਹਾਂ ਉਹ ਸਾਨੂੰ ਗੁਰੂ ਦੀ ਮਿਹਰ ਦੇ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਐਸੇ ਵਾਹਿਗੁਰੂ ਦਾ ਮਿਲਾਪ, ਐਸੇ ਸਾਹਿਬ ਦਾ ਵਸਲ, ਮਾਲਕ ਦੀ ਬਖਸ਼ਿਸ਼, ਗੁਰੂ ਦੀ ਕਿਰਪਾ ਦੇ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ। ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਜਿਹੜੇ ਰੱਬ ਦੇ ਪਿਆਰਿਆਂ ਦੀ ਸੰਗਤ ਆ, ਉਹਨਾਂ ਵਿੱਚ ਮਿਲ ਕੇ ਜਿਨ੍ਹਾਂ ਨੇ ਵੀ ਹਰੀ ਦਾ ਜਸ ਗਾਇਆ ਹੈ, ਪਰਮਾਤਮਾ ਦੇ ਗੁਣ ਗਾਏ ਨੇ, ਉਹਦੀ ਸਿਫਤ ਸਲਾਹ ਕੀਤੀ ਆ, ਉਹਦਾ ਜਸ ਗਾਇਆ ਹੈ, ਉਹਦਾ ਨਾਮ ਜਪਿਆ ਹੈ, ਕੋਟ ਜਨਮ ਕੇ ਦੁਖ ਗਵਾਇਓ। ਉਹਨਾਂ ਦੇ ਅੰਦਰ ਫਿਰ ਇੱਕ ਐਸੇ ਗੁਣ ਪੈਦਾ ਹੋ ਗਏ ਜਿਨ੍ਹਾਂ ਕਰਕੇ ਉਹਨਾਂ ਦੇ ਕਰੋੜਾਂ ਜਨਮਾਂ ਦੇ ਦੁੱਖ ਜਿਹੜੇ ਨੇ ਗਵਾਚ ਗਏ ਨੇ। ਕਾਰਨ ਕੀ ਆ? ਸੰਗਤ। ਸੰਗਤ ਜੈਸੀ ਵੈਸੇ ਬੰਦੇ ਦੇ ਕਰਮ, ਕਰਮ ਜੈਸੇ ਤੈਸਾ ਬੰਦੇ ਨੂੰ ਫਲ, ਫਲ ਜੈਸਾ ਹੋਵੇਗਾ ਉਸ ਨੂੰ ਪਾ ਕੇ ਬੰਦੇ ਨੂੰ ਸੁੱਖ ਜਾਂ ਦੁੱਖ ਮਿਲਦਾ। ਫਰੀਦਾ ਲੋੜੈ ਦਾਖ ਵਿਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ, ਪੈਦਾ ਲੋੜੈ ਪੱਟ। ਫਰੀਦ ਸਾਹਿਬ ਜੀ ਕਹਿੰਦੇ ਨੇ, ਅਜਾਣ ਜੱਟ ਕਿਰਸਾਨ ਜਿਹੜਾ ਹੈ, ਲੋੜੈ ਦਾਖ ਵਿਜੋਰੀਆਂ। ਵਿਜੋਰ ਇਲਾਕੇ ਦਾ ਫਲ ਆ ਦਾਖਾਂ, ਉਹ ਭਾਲਦਾ। ਪਰ ਬੀਜੈ ਕਿੱਕਰ ਜੱਟ, ਲੋੜੈ ਦਾਖ ਵਿਜੋਰੀਆਂ, ਕਿੱਕਰ ਬੀਜੈ ਜੱਟ। ਪਰ ਅਜਾਣ ਕਿਸਾਨ ਜਿਹੜਾ ਹੈ, ਕਿੱਕਰਾਂ ਦੇ ਬੀਜ ਬੋਂਦਾ ਹੈ, ਪਰ ਭਾਲਦਾ ਹੈ ਤੂੰ ਫਲ ਜਿਹੜਾ ਹੋਰ ਕੋਈ ਨਿਕਲੇ, ਦਾਖਾਂ ਲੱਗਣ, ਇਹਨੂੰ ਹੋਰ ਕੋਈ ਫਰੂਟ ਲੱਗੇ। ਇਹ ਨਹੀਂ ਹੋ ਸਕਦਾ। ਇਸ ਕਰਕੇ ਕੱਤ ਦਾ ਕੀ ਹੈ? ਉੱਨ ਕੱਤ ਦਾ ਹੈ ਤੇ ਭਾਲਦਾ ਹੈ ਰੇਸ਼ਮ ਪਹਿਨਣ ਵਾਸਤੇ। ਲੋੜੈ ਦਾਖ ਵਿਜੋਰੀਆਂ, ਕਿੱਕਰ ਬੀਜੈ ਜੱਟ। ਫਰੀਦਾ ਹੰਡੈ ਉੱਨ ਕਤਾਏ ਦਾ, ਪੈਦਾ ਲੋੜੈ ਪੱਟ। ਰੇਸ਼ਮ ਭਾਲਦਾ ਹੈ, ਕੱਤਦਾ ਹੈ ਉੱਨ ਨੂੰ। ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਹਨ, ਗੁਰਸਿੱਖ ਪਿਆਰਿਓ,
कि गुरु गरीब नवाज दी जिहड़ी संगत आ ਉਹ ਬੰਦੇ ਨੂੰ ਬੀਜ ਬੋਣਾ ਸਿਖਾਉਂਦੀ ਆ। ਸਾਧੂਆਂ ਦੇ ਸੰਗਤ ਰੱਬ ਦੇ ਪਿਆਰੇ ਕਰਮਾਂ ਦਾ ਬੀਜ ਸਰੀਰ ਰੂਪੀ ਧਰਤੀ 'ਚ ਕਿਹੜਾ ਬੀਜਣਾ ਤੇ ਕਿਹੜਾ ਨਹੀਂ ਬੀਜਣਾ ਇਹ ਸਿਖਾਉਂਦੇ ਨੇ ਰੱਬ ਦੇ ਪਿਆਰੇ ਤੇ ਗੁਰੂ। ਦੇਖੋ ਨਾ, ਗੁਰੂ ਇਹ ਨਹੀਂ ਦੱਸਦਾ ਕੀ ਕਰੋ, ਗੁਰੂ ਇਹ ਵੀ ਦੱਸਦਾ ਕੀ ਨਾ ਕਰੋ ਤੇ ਕਦੇ ਨਾ ਕਰੋ। ਕੀ ਨਹੀਂ ਕਰਨਾ, ਕਦੇ ਨਹੀਂ ਕਰਨਾ, ਭੁੱਲ ਕੇ ਵੀ ਨਹੀਂ ਕਰਨਾ, ਗੁਰੂ ਇਹ ਵੀ ਦੱਸਦਾ ਹੈ। ਗੁਰੂ ਇਹ ਵੀ ਦੱਸਦਾ ਕੀ ਕਰਨਾ, ਕਦੋਂ ਕਦੋਂ ਕਰਨਾ, ਨਾਲ ਇਹ ਵੀ ਦੱਸਦਾ ਹੈ ਕੀ ਨਹੀਂ ਕਰਨਾ, ਕਦੇ ਵੀ ਨਹੀਂ ਕਰਨਾ, ਭੁੱਲ ਕੇ ਵੀ ਨਹੀਂ ਕਰਨਾ। ਸੰਤ ਜਨਾ ਮਿਲ ਹਰਿ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਸੰਗਤ ਹੀ ਬੰਦੇ ਦਾ ਨਿਰਮਾਣ ਕਰਦੀ ਆ, ਸੰਗਤ ਹੀ ਬੰਦੇ ਨੂੰ ਘੜਦੀ ਆ, ਸੰਗਤ ਹੀ ਬੰਦੇ ਨੂੰ ਬਣਾਉਂਦੀ ਆ, ਸੰਗਤ ਹੀ ਬੰਦੇ ਨੂੰ ਉਚਾਈਆਂ ਤੱਕ ਲੈ ਕੇ ਜਾਂਦੀ ਆ। ਸੰਤ ਜਨਾ ਮਿਲ ਹਰ ਜਸ ਗਾਇਓ, ਜਿਨ੍ਹਾਂ ਨੇ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਹਰ ਦਾ ਹਰੀ ਦਾ ਜਸ ਗਾਇਆ ਹੈ, ਉਹਨਾਂ ਆਪਦੇ ਕਰੋੜਾਂ ਜਨਮਾਂ ਦੇ ਦੁੱਖ ਜਿਹੜੇ ਨੇ ਗਵਾ ਲਏ ਨੇ। ਜਿਵੇਂ ਕਿ ਕਿਸੇ ਕਮਰੇ ਦੇ ਵਿੱਚ ਕਈ ਸਾਲਾਂ ਤੋਂ ਹਨੇਰਾ ਪਿਆ ਹੋਵੇ, ਉਹਨੂੰ ਦੂਰ ਕਰਨ ਵਾਸਤੇ ਓਨੇ ਸਾਲ ਨਹੀਂ ਲੱਗਣਗੇ ਜਿੰਨੇ ਸਾਲ ਤੋਂ ਚ ਹਨੇਰਾ ਵਾ। ਕੋਈ ਹਜ਼ਾਰਾਂ ਸਾਲਾਂ ਤੋਂ ਕਮਰਾ ਬੰਦ ਆ ਤੇ ਹਜ਼ਾਰਾਂ ਸਾਲ ਨਹੀਂ ਲੱਗਣਗੇ ਉਹਦੇ 'ਚ ਚਾਨਣ ਕਰਨ ਨੂੰ। 1 ਸੈਕਿੰਡ ਦੇ ਵਿੱਚ ਚਾਨਣ ਹੋ ਸਕਦਾ। ਬੱਤੀ ਜਲਾਓ, ਅੰਧੇਰਾ ਗਾਇਬ ਹੋ ਜਾਏਗਾ। ਮੇਰੇ ਮਨ ਤੇ ਬਹੁਤ ਜਨਮਾਂ ਦੀ ਮੈਲ ਲੱਗੀ ਆ, ਉਹਨੂੰ ਧੋਣ ਲਈ ਬਹੁਤ ਜਨਮ ਨਹੀਂ, ਸਾਧ ਸੰਗਤ ਵਿੱਚ 1 ਸੈਕਿੰਡ ਲੱਗਦਾ। ਪਰ ਜੇ ਸੱਚੇ ਦਿਲੋਂ ਕੀਤੀ ਜਾਵੇ, ਕੋਟ ਜਨਮ ਕੇ ਦੁਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਗੁਰੂ ਫਿਰ ਕਿਰਪਾ ਕਰਕੇ ਨਾਮ ਦੀ ਬਖਸ਼ਿਸ਼ ਕਰਦਾ ਹੈ। ਮੂੰਹੋਂ ਮੰਗੀਆਂ ਮੁਰਾਦਾਂ ਸੰਗਤਾਂ ਨੂੰ ਮਿਲਦੀਆਂ ਨੇ, ਜਾਂ ਰੱਬ ਦੇ ਪਿਆਰਿਆਂ ਦੀ ਕੋਈ ਇੱਛਾ ਨਹੀਂ ਰਹਿੰਦੀ, ਅਸਲ 'ਚ ਤਮੰਨਾ ਨਹੀਂ ਰਹਿੰਦੀ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ, ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਸਰਬ ਸੂਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਸਾਰੇ ਸੁੱਖ ਮਿਲ ਜਾਂਦੇ ਨੇ ਉਹਦੇ ਨਾਮ ਦੇ ਦੁਆਰਾ। ਨਾਮ ਦੀ ਵਡਿਆਈ ਐਸੀ ਆ ਜਿਹ 'ਚ ਸਰਬ ਸੂਖ ਪਏ ਨੇ। ਆਨੰਦ ਹੈ, ਵਿਗਾਸ ਹੈ, ਚਾਉ ਆ, ਖੇੜਾ ਵਾ। ਸਦਾ ਵਾਲਾ ਜਿਹੜਾ ਹੈ ਆਨੰਦ ਤੇ ਵਿਗਾਸ ਆ। ਗੁਰ ਪ੍ਰਸਾਦ ਨਾਨਕ ਮਤ ਪਾਈ। ਗੁਰੂ ਦੀ ਕਿਰਪਾ ਦੇ ਦੁਆਰਾ ਹੀ ਇਹ ਮਤ ਪਾਈ ਆ ਕਿ ਸਾਧ ਸੰਗਤ ਤੋਂ ਵੱਡੀ ਜਗ੍ਹਾ ਕੋਈ ਹੋ ਨਹੀਂ ਸਕਦੀ, ਸਾਧ ਸੰਗਤ ਤੋਂ ਉੱਚੀ ਜਗ੍ਹਾ ਕੋਈ ਹੋ ਨਹੀਂ ਸਕਦੀ, ਗੁਰੂ ਤੋਂ ਵੱਡਾ ਕੋਈ ਹੋ ਨਹੀਂ ਸਕਦਾ। ਇਹ ਸੰਗਤ ਨੇ ਮੈਨੂੰ ਦੱਸਿਆ। ਇਹ ਕੀਮਤੀ ਹੀਰੇ ਜਵਾਹਰ ਮੈਨੂੰ ਸੰਗਤ ਵਿੱਚੋਂ ਹੀ ਮਿਲੇ ਨੇ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਚੰਗੇ ਬੰਦਿਆਂ ਦੀ ਜਿਹੜੀ ਸੰਗਤ ਹੁੰਦੀ ਆ ਉਹ ਤੁਹਾਨੂੰ ਕਦੇ ਵੀ ਡੋਲਣ ਨਹੀਂ ਦਿੰਦੀ। ਬੜੀਆਂ ਸਵੈ ਜੀਵਨੀਆਂ ਹਨ। ਚੰਗੇ ਚੰਗੇ ਬੰਦੇ ਜਿਹੜੇ ਹੋਏ ਨੇ ਉਹਨਾਂ ਨੇ ਆਪ ਦਾ ਜੀਵਨ ਵੀ ਬਦਲਿਆ, ਦੂਜਿਆਂ ਦਾ ਵੀ ਬਦਲਿਆ। ਜਿਵੇਂ ਭਗਤ ਪੂਰਨ ਸਿੰਘ ਜੀ ਹਨ, ਪਿੰਗਲਵਾੜੇ ਵਾਲੇ। ਉਹਨਾਂ ਕੀ ਕਰਨਾ, ਹੱਥ ਦੇ ਵਿੱਚ ਉਹਨਾਂ ਦੇ ਸਰਬ ਲੋਹ ਦਾ ਬਾਟਾ ਹੋਣਾ, ਤੁਰੇ ਜਾਣਾ ਰਸਤੇ ਵਿੱਚ। ਜੇ ਕਿਤੇ ਕੰਡੇ ਪਏ ਦੇਖਣੇ ਕੱਚੇ ਪਹੇ ਤੇ, ਉਹ ਚੱਕ ਕੇ ਆਪਣੇ ਲੋਟੇ ਵਿੱਚ ਰੱਖਣੇ। ਕੋਈ ਮੇਖ ਹੋਣੀ ਉਹ ਆਪਣੇ ਲੋਟੇ ਵਿੱਚ ਰੱਖਣਾ, ਕੋਈ ਗੰਦਗੀ ਹੋਣੀ ਉਹ ਚੱਕ ਦੇਣੀ। ਇਸ ਕਰਕੇ ਉਹਨਾਂ ਆਖਿਆ, ਉਹਨਾਂ ਦਾ ਦਿਲ ਇੰਨਾ ਸੀ ਭਤੀਜਿਆ ਹੋਇਆ ਕਿ ਕਿਸੇ ਦੇ ਵੱਜੇ ਨਾ।
कोई नंगे पैरी जा रहा, जे ਇਹ ਤਿੱਖੇ ਕੰਕਰ ਪੱਥਰ ਜਾਂ ਮੇਖਾਂ ਵਗੈਰਾ ਕਿਸੇ ਦੇ ਲੱਗ ਗਈਆਂ ਤਾਂ ਉਹਦਾ ਜਿਹੜਾ ਜੀਵਨ ਆ ਉਹਨੂੰ ਤਕਲੀਫ ਹੋਵੇਗੀ। ਸੰਤ ਰੋ ਪੈਂਦਾ ਹੈ ਕਿਸੇ ਨੂੰ ਰੋਂਦਾ ਦੇਖ ਕੇ। ਸੰਤ ਦੁਖੀ ਹੋ ਜਾਂਦਾ ਦੂਜਿਆਂ ਨੂੰ ਦੁਖੀ ਦੇਖ ਕੇ। ਸੰਤ ਹੱਸ ਪੈਂਦਾ ਦੂਜਿਆਂ ਨੂੰ ਹੱਸਦਾ ਦੇਖ ਕੇ। ਸੰਤ ਰੋ ਪੈਂਦਾ ਕਿਸੇ ਨੂੰ ਰੋਂਦਾ ਦੇਖ ਕੇ। ਸੰਸਾਰੀ ਹੱਸ ਪੈਂਦਾ ਕਿਸੇ ਨੂੰ ਰੋਂਦਾ ਦੇਖ ਕੇ। ਸੰਸਾਰੀ ਬੰਦਾ ਦੁਖੀ ਹੋ ਜਾਂਦਾ ਕਿਸੇ ਨੂੰ ਸੁਖੀ ਦੇਖ ਕੇ। ਐਸੇ ਭਗਤ ਪੂਰਨ ਸਿੰਘ ਜੀ ਹੋਏ। ਹੋਰ ਵੀ ਬੜੀਆਂ ਸਵੈ ਜੀਵਨੀਆਂ ਨੇ, ਆਟੋਬਾਇਓਗ੍ਰਾਫੀਆਂ, ਜਿਨ੍ਹਾਂ ਦੇ ਵਿੱਚ ਚੰਗਿਆਂ ਬੰਦਿਆਂ ਦੇ ਜੀਵਨ ਨੂੰ ਜਦੋਂ ਪੜ੍ਹਦੇ ਹਾਂ ਉਹਨਾਂ ਤੋਂ ਪਤਾ ਲੱਗਦਾ ਵੀ ਜ਼ਿੰਦਗੀ ਇਹ ਹੁੰਦੀ ਆ। ਆਪਣੇ ਦੇਸ਼ ਦੇ ਰਾਸ਼ਟਰਪਤੀ ਅਬਦੁਲ ਕਲਾਮ ਜੀ ਹੋਏ। ਬੜੀ ਹੀ ਪ੍ਰਭਾਵਸ਼ਾਲੀ ਉਹਨਾਂ ਦੀ ਸ਼ਖਸੀਅਤ ਆ। ਇੱਕ ਦਿਨ ਘਰ ਦੇ ਵਿੱਚ ਉਹਨਾਂ ਦੀ ਪਤਨੀ ਖਾਣਾ ਬਣਾ ਰਹੀ ਸੀ। ਖਾਣਾ ਬਣਾਉਂਦਿਆਂ ਤੋਂ ਰੋਟੀ ਜ਼ਿਆਦਾ ਸੜ ਗਈ, ਉਵੇਂ ਹੀ ਉਹਨਾਂ ਪਰੋਸ ਦਿੱਤੀ। ਅਬਦੁਲ ਕਲਾਮ ਦੀ ਬੇਟੀ ਨਾਲ ਬੈਠੀ ਖਾ ਰਹੀ ਸੀ। ਉਹਨੇ ਦੇਖਿਆ ਕਿ ਮੇਰੇ ਪਾਪਾ ਨੂੰ ਸੜੀ ਹੋਈ ਰੋਟੀ ਦੇ ਦਿੱਤੀ ਤੇ ਉਹ ਕੁਝ ਬੋਲੇ ਨਹੀਂ, ਚੁੱਪਚਾਪ ਖਾ ਗਏ, ਕੁਝ ਨਹੀਂ ਆਖਿਆ। ਬੱਚੀ ਜਦੋਂ ਵੇਖ ਰਹੀ ਸੀ ਤਾਂ ਉਹਨਾਂ ਨੂੰ ਪਤਾ ਲੱਗ ਗਿਆ। ਉਹਨਾਂ ਆਪਣੀ ਬੱਚੀ ਨੂੰ ਸਮਝਾਇਆ, ਕਹਿੰਦੇ ਦੇਖ, ਸੜੀ ਹੋਈ ਰੋਟੀ ਮੈਂ ਖਾਵਾਂਗਾ ਤੇ ਉਹਦਾ ਮੈਨੂੰ ਕੋਈ ਨੁਕਸਾਨ ਨਹੀਂ, ਇਤਨਾ ਕੋਈ ਨੁਕਸਾਨ ਨਹੀਂ ਹੋਵੇਗਾ, ਪਰ ਜੇ ਮੈਂ ਸੜੀ ਹੋਈ ਰੋਟੀ, ਜਲੀ ਹੋਈ ਰੋਟੀ ਨੂੰ ਦੇਖ ਕੇ ਤੇਰੇ ਮਾਤਾ ਜੀ ਨੂੰ ਬੋਲਾਂ ਕੁਝ ਗਲਤ, ਕੁਝ ਬਲਦੇ ਹੋਏ ਬੋਲ, ਅੰਗਾਰੇ ਮੂੰਹ ਚੋਂ ਕੱਢਾਂ, ਉਹ ਬਹੁਤ ਮਾੜਾ ਹੋਵੇਗਾ, ਉਹਦਾ ਗਲਤ ਪ੍ਰਭਾਵ ਪਵੇਗਾ, ਉਹਦਾ ਬਹੁਤ ਅਸਰ ਗਲਤ ਪਵੇਗਾ। ਇਹ ਜਿਹੜੀ ਸੜੀ ਹੋਈ ਰੋਟੀ ਹੈ, ਜੇ ਮੈਂ ਉਹ ਖਾਵਾਂ ਮੈਨੂੰ ਕੋਈ ਫਰਕ ਨਹੀਂ, ਪਰ ਜੇ ਮੈਂ ਨਾ ਜਰਾਂ ਇਹ ਗੱਲ ਨੂੰ ਤੇ ਆਪਣੀ ਪਤਨੀ ਨੂੰ ਬੁਰਾ ਭਲਾ ਆਖਦਾ ਇਹਦੇ ਬਦਲੇ 'ਚ, ਉਹਦੇ ਨਾਲ ਉਹ ਤਪੇਗੀ, ਮੈਂ ਤਪਾਂਗਾ। ਇਸ ਕਰਕੇ ਆਖਿਆ ਸੀ, ਪੁੱਤਰੀ ਬਹੁਤੀਆਂ ਗੱਲਾਂ ਜਰਨੀਆਂ ਪੈਂਦੀਆਂ ਨੇ ਸੰਸਾਰ ਵਿੱਚ ਆ ਕੇ। ਆ ਜਰ ਜਰਨਾ ਜਿਹਨੂੰ ਕਹਿੰਦੇ ਗੁਰੂ ਅਰਜਨ ਦੇਵ ਜੀ, ਆ ਜਰ ਜਰਨਾ, ਨਾ ਜਰੀਆਂ ਜਾਣ ਵਾਲੀਆਂ ਚੀਜ਼ਾਂ ਜਿਨ੍ਹਾਂ ਨੂੰ ਜਰਨਾ ਪੈਂਦਾ। ਇਸ ਕਰਕੇ ਜਿਹੜੇ ਮਹਾਨ ਲੋਕ ਹੁੰਦੇ ਨੇ ਉਹਨਾਂ ਦੇ ਮਹਾਨ ਵਿਚਾਰ ਹੁੰਦੇ ਨੇ, ਉਹਨਾਂ ਦੀ ਸੋਚ, ਉਹਨਾਂ ਦੀ ਤੱਕਣੀ ਉੱਚੀ ਤੇ ਸੁੱਚੀ ਹੁੰਦੀ ਆ, ਜਿਹੜੀ ਉਹਨਾਂ ਨੂੰ ਸਰਬੱਤ ਦਾ ਭਲਾ ਮੰਗਣ ਲਈ ਅੰਦਰੋਂ ਪ੍ਰੇਰਨਾ ਦਿੰਦੀ ਆ। ਇਸ ਕਰਕੇ ਉਹ ਅਰਦਾਸ ਕਰਦੇ ਨੇ ਸਰਬੱਤ ਦੇ ਭਲੇ ਦੀ। ਸਵਾਰਥੀ ਬੰਦਾ ਆਪਣੇ ਲਈ ਮੰਗੇਗਾ, ਸਵਾਰਥੀ ਬੰਦਾ ਆਪਣੇ ਪਰਿਵਾਰ ਤੋਂ ਅੱਗੇ ਨਹੀਂ ਸੋਚੇਗਾ। ਇਹ ਸਿੱਖ ਕੌਮ ਜਿਹੜੀ ਆ ਰੂਹੇ ਜ਼ਮੀਨ ਤੇ ਪਹਿਲੀ ਕੌਮ ਹੈ ਜਿਹੜੀ ਸਰਬੱਤ ਦਾ ਭਲਾ ਮੰਗਦੀ ਹੈ। ਇੱਕ ਨਹੀਂ, ਦੋ ਨਹੀਂ, ਰੋਜ਼ ਹੀ। ਕਿਉਂ ਨਹੀਂ? ਅੱਜ ਮੰਗਿਆ ਕੱਲ ਨਹੀਂ। ਇਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਰਬੱਤ ਦਾ ਭਲਾ ਵਾਲੀ ਕੌਮ ਹੈ ਜੋ ਸਰਬੱਤ ਮਤਲਬ ਸਾਰੇ ਜੀਆਂ ਦਾ ਭਲਾ। ਐਸੀਆਂ ਬਰਕਤਾਂ ਗੁਰੂ ਨਾਨਕ ਜੀ ਦੀਆਂ ਬਖਸ਼ੀਆਂ ਹੋਈਆਂ ਨੇ। ਸੰਤ ਜਨਾ ਮਿਲ ਹਰਿ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਸਰਬੱਤ ਦਾ ਭਲਾ ਮੰਗਣ ਨਾਲ ਤੁਹਾਡੀ ਸੋਚ ਆ ਜਿਹੜੀ, ਤੁਹਾਡੀ ਮੱਤ ਆ ਜਿਹੜੀ ਉੱਚੀ ਹੋ ਜਾਂਦੀ ਹੈ ਤੇ ਤੁਹਾਡੀ ਤੱਕਣੀ ਜਿਹੜੀ ਆ, ਦੇਖਣੀ ਜਿਹਨੂੰ ਕਹਿੰਦੇ ਆ, ਝਾਕਣੀ, ਉਹ ਸੁੱਚੀ ਹੋ ਜਾਂਦੀ ਹੈ। ਬੰਦੇ ਦਾ ਇਖਲਾਕ, ਬੰਦੇ ਦਾ ਕਿਰਦਾਰ ਉੱਚਾ ਹੋ ਜਾਂਦਾ। ਸੰਤ ਜਨਾ ਮਿਲ ਹਰਿ ਜਸ ਗਾਇਓ। ਜਦੋਂ ਉਹ ਗੁਰੂ ਦੇ ਸਨਮੁਖ ਹੋ ਕੇ ਰੱਬ ਦੇ ਗੀਤ ਗਾਉਂਦਾ ਹੈ, ਕੋਟ ਜਨਮ ਕੇ ਦੁਖ ਗਵਾਇਓ। ਭਾਈ ਨੰਦ ਲਾਲ ਸਾਹਿਬ ਜੀ ਦੀ ਇੱਕ ਗਜ਼ਲ ਹੈ ਜਿਹਦੇ ਵਿੱਚ ਕਹਿੰਦੇ ਨੇ, ਉਹ ਆਰਜੂ ਉਹ ਆਯੂ, ਭਾਵ ਕਿ ਉਹ ਉਮਰ ਸੋਭਨੀਕ ਆ, ਬੜੀ ਪਿਆਰੀ ਆ, ਜਿਹਦੇ ਵਿੱਚ ਤੇਰੀ ਯਾਦ ਆਵੇ। ਉਹ ਉਮਰ
ਚਾਹੇ ਉਹ ਬਚਪਨ ਆ, ਚਾਹੇ ਉਹ ਜਵਾਨੀ ਆ, ਚਾਹੇ ਉਹ ਬੁਢੇਪਾ। ਕਹਿੰਦੇ ਉਹ ਬਹੁਤ ਹੀ ਕਰਮਾਂ ਵਾਲੀ ਉਮਰ ਹੁੰਦੀ ਆ ਜਦੋਂ ਤੇਰੀ ਯਾਦ ਆਉਂਦੀ ਆ। ਹੇ ਵਾਹਿਗੁਰੂ, ਜਦੋਂ ਤੂੰ ਮੈਨੂੰ ਯਾਦ ਆਉਣਾ, ਨਹੀਂ ਤਾਂ ਕਹਿੰਦੇ ਨੀਲੇ ਅੰਬਰ ਦੇ ਥੱਲੇ ਰਹਿਣ ਦਾ ਕੀ ਫਾਇਦਾ। ਇਹ ਨੀਲੇ ਰੰਗ ਦੇ ਗੁੰਬਦ ਦੇ ਥੱਲੇ ਰਹਿਣ ਦਾ ਕੀ ਫਾਇਦਾ। ਆ ਜਿਹੜਾ ਅੰਬਰ ਹੈ, ਗੁੰਬਦ ਆ, ਇਹਨੂੰ ਗੁੰਬਦ ਕਿਹਾ ਉਹਨਾਂ ਨੇ, ਭਾਵ ਕਿ ਅਸਮਾਨ, ਆ ਨੀਲੇ ਰੰਗ ਦਾ ਅਸਮਾਨ, ਇਹਦੇ ਥੱਲੇ ਰਹਿਣ ਦਾ, ਬਚਪਨ ਇਹਦੇ ਥੱਲੇ ਗੁਜ਼ਰਦਾ, ਜਵਾਨੀ ਇਹਦੇ ਥੱਲੇ ਗੁਜ਼ਰਦੀ ਆ, ਬੁਢੇਪਾ ਇਹਦੇ ਵਿੱਚੇ ਹੀ ਗੁਜ਼ਰਦਾ। ਕਹਿੰਦੇ ਨਹੀਂ, ਕੋਈ ਫਾਇਦਾ ਨਹੀਂ ਹੈ ਨੀਲੇ ਅੰਬਰ ਦੇ ਥੱਲੇ ਰਹਿਣ ਦਾ, ਕਿ ਉਹਦੀ ਯਾਦ ਨਾ ਆਈ। ਉਹ ਉਮਰ ਸੁਹਾਵਣੀ ਆ, ਉਹ ਉਮਰ ਬੜੀ ਚੰਗੀ ਆ, ਕਰਮਾਂ ਵਾਲੀ ਆ, ਜਿਹਦੇ ਵਿੱਚ ਤੇਰੀ ਯਾਦ ਆਉਂਦੀ ਆ। ਚਾਹੇ ਉਹ ਬਚਪਨ ਆ, ਚਾਹੇ ਉਹ ਜਵਾਨੀ ਆ, ਤੇ ਚਾਹੇ ਉਹ ਬੁਢੇਪਾ ਹੈ। ਬਾਲ ਜਵਾਨੀ ਬਿਰਧ ਫੁਨ ਤੀਨ ਅਵਸਥਾ ਜਾਣ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਣ। ਇਸ ਕਰਕੇ ਭਾਈ ਨੰਦ ਲਾਲ ਜੀ ਕਹਿੰਦੇ ਹਨ, ਕਹਿੰਦੇ ਮੇਰੇ ਅੰਦਰ ਵੀ ਬੂਟੇ ਉੱਗਦੇ ਨੇ, ਫੁੱਲ ਖਿੜਦੇ ਨੇ, ਉਹਨਾਂ ਨੂੰ ਮੈਂ ਕਿਹੜਾ ਪਾਣੀ ਦਿੰਦਾ ਹਾਂ, ਆਪਣੇ ਹੰਝੂਆਂ ਦਾ ਪਾਣੀ। ਜਦੋਂ ਮੈਨੂੰ ਪਰਮਾਤਮਾ ਦੀ ਯਾਦ ਆਉਂਦੀ ਆ, ਉਦੋਂ ਮੈਂ ਆਪਣੀਆਂ ਅੱਖਾਂ ਵਿੱਚੋਂ ਨਿਕਲੇ ਹੋਏ ਹੰਝੂਆਂ ਦੇ ਨਾਲ ਸਿੰਜਦਾ ਹਾਂ ਬੀਜ ਬੋ ਕੇ ਬਿਰਹੇ ਦੇ। ਉਦੋਂ ਜਿਹੜੇ ਫੁੱਲ ਖਿੜਦੇ ਨੇ, ਉਹਨਾਂ ਵਿੱਚੋਂ ਹੀ ਖੁਸ਼ਬੂ ਆਉਂਦੀ ਆ ਰੂਹਾਨੀਅਤ ਦੀ, ਉਹਨਾਂ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ ਅਧਿਆਤਮ ਦੀ, ਚੰਗੇ ਗੁਣਾਂ ਦੀ। ਇਵੇਂ ਜਿਹੜੇ ਝਿਮਣੇ ਜਿਹੜੇ ਨੇ ਨਾ ਅੱਖਾਂ ਦੇ, ਜੋ ਪਰਮਾਤਮਾ ਦੀ ਯਾਦ ਵਿੱਚ ਭਿੱਜ ਨਹੀਂ ਰਹੇ, ਤਾਂ ਤੁਸੀਂ ਹੋਰ ਕੁਝ ਤਾਂ ਹੋ ਸਕਦੇ ਹੋ, ਸਿੱਖ ਨਹੀਂ ਹੋ ਸਕਦੇ। ਨੰਦ ਲਾਲ ਜੀ ਦੀਆਂ ਗਜ਼ਲਾਂ ਹਨ, ਉਹਨਾਂ ਦੇ ਅਰਥ ਆ ਬੜੀ ਡੂੰਘੀ ਗਹਿਰ ਗੰਭੀਰ ਬਾਣੀ ਆ ਉਹਨਾਂ ਦੀ, ਬਹੁਤ ਮਹਿੰਗੀਆਂ ਗੱਲਾਂ ਹਨ ਇਹ। ਜੇ ਕਹਿੰਦੇ ਤੁਹਾਡੀਆਂ ਅੱਖਾਂ ਦੇ ਝਿਮਣੇ ਪਰਮਾਤਮਾ ਦੀ ਯਾਦ ਵਿੱਚ ਰੋਂਦੇ ਹੀ ਨਹੀਂ, ਗਿੱਲੇ ਹੀ ਨਹੀਂ ਹੁੰਦੇ, ਤਾਂ ਕਦੇ ਵੀ ਤੁਹਾਡੇ ਅੰਦਰ ਫੁੱਲ ਨਹੀਂ ਖਿੜ ਸਕਣਗੇ ਰੂਹਾਨੀਅਤ ਦੇ, ਕਦੇ ਵੀ ਤੁਹਾਡੇ ਅੰਦਰ ਸਬਰ ਨਹੀਂ ਆ ਪਾਵੇਗਾ, ਸੰਤੋਖ ਤਾਂ ਕਿਤੇ ਗਿਆ, ਤੁਹਾਡੇ ਅੰਦਰ ਮਨ ਦਾ ਟਿਕਾ ਹੀ ਨਹੀਂ ਹੋਣਾ। ਦੇਖੋ, ਬੰਦਾ ਰੋਂਦਾ ਹੈ ਸੰਸਾਰ ਦੀ ਖਾਤਰ। ਗੁਰੂ ਸਾਹਿਬ ਜੀ ਕਹਿੰਦੇ ਨੇ, ਕੌਣ ਨਹੀਂ ਰੋਂਦਾ, ਸਾਰੇ ਹੀ ਰੋਂਦੇ ਨੇ। ਧੀਆਂ ਦੀ ਖਾਤਰ, ਪੁੱਤਰਾਂ ਦੀ ਖਾਤਰ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਹੇ ਮਿੱਟੀ ਦੇ ਪੁਤਲੇ ਤੂੰ ਕਿਵੇਂ ਨੱਚ ਰਿਹਾ। ਰਵਿਦਾਸ ਜੀ। ਦੇਖੈ ਦੇਖੈ ਸੁਣੇ ਬੋਲੇ ਦੌਰਿਓ ਫਿਰਤ ਹੈ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਦੇਖੈ ਦੇਖੈ ਸੁਣੇ ਬੋਲੇ ਦੌਰਿਓ ਫਿਰਤ ਹੈ। ਅਸੀਂ ਇੱਕ ਮਿੱਟੀ ਦੇ ਪੁਤਲੇ ਹਾਂ, ਨੱਚ ਰਹੇ ਹਾਂ। ਜਬ ਕਛ ਪਾਵੇ ਤਬ ਗਰਭ ਕਰਤ ਹੈ। ਗਰਭ ਦੇ ਅਰਥ ਹੁੰਦੇ ਨੇ ਹੰਕਾਰ। ਜਦੋਂ ਹੀ ਕੁਛ ਮਿਲ ਜਾਂਦਾ ਸਾਨੂੰ, ਅਸੀਂ ਹੰਕਾਰ 'ਚ ਆ ਜਾਂਦੇ ਹਾਂ। ਮਾਇਆ ਗਈ ਤਬ ਰੋਵਨ ਲਗਤ ਹੈ। ਜਦੋਂ ਪੈਸੇ ਚਲੇ ਜਾਂਦੇ ਨੇ ਹੱਥੋਂ, ਉਦੋਂ ਬੰਦਾ ਰੋਣ ਲੱਗ ਜਾਂਦਾ। ਜਦੋਂ ਆ ਜਾਂਦੇ ਨੇ, ਉਦੋਂ ਖੁਸ਼ ਹੋ ਜਾਂਦਾ। ਬੰਦੇ ਦੀ ਖੁਸ਼ੀ ਬੰਦਾ ਆਪ ਨਹੀਂ ਤੈਅ ਕਰਦਾ। ਦੇਖੋ, ਬੜੀ ਹੀ ਡੂੰਘੀ ਗੱਲ ਆ। ਬੰਦੇ ਦੀ ਖੁਸ਼ੀ ਬੰਦਾ ਨਹੀਂ ਤੈਅ ਕਰਦਾ ਵੀ ਮੈਂ ਖੁਸ਼ ਰਹੂੰਗਾ, ਚੀਜ਼ਾਂ ਤੈਅ ਕਰ ਰਹੀਆਂ ਨੇ। ਜੇ ਤੁਸੀਂ ਕਿਸੇ ਚੀਜ਼ ਦੇ ਹੋਣ ਕਰਕੇ ਅੱਜ ਖੁਸ਼ ਹੋ, ਕੱਲ ਨੂੰ ਤੁਹਾਡੇ ਤੋਂ ਖੋਹ ਲਈ ਜਾਵੇ ਤਾਂ ਤੁਸੀਂ ਉਦਾਸ ਹੋ ਜਾਓਗੇ, ਕਾਰਨ ਰੋਣ ਲੱਗ ਜਾਓਗੇ। ਤੁਸੀਂ ਉਹਦੇ ਕਰਕੇ ਖੁਸ਼ ਸੀ। ਆਪਣੇ ਆਪ ਕਰਕੇ ਇੱਥੇ ਕੋਈ ਖੁਸ਼ ਆ। ਜਿਹੜੇ ਗਰੀਬ ਲੋਕ ਨੇ ਉਹ ਅਮੀਰ ਹੋਣਾ ਚਾਹੁੰਦੇ ਨੇ। ਜਿਹੜੇ ਲੋਕ ਨੇ ਉਹ ਦੂਜਿਆਂ ਵਰਗੇ ਬਣਨਾ ਚਾਹੁੰਦੇ ਨੇ। ਆਪਣੇ ਆਪ ਵਰਗਾ ਹੋਣ 'ਚ ਜੋ ਆਨੰਦ ਹੈ, ਉਹਦੇ ਵਰਗੀ ਕੋਈ ਰੀਸ ਨਹੀਂ ਹੁੰਦੀ। ਅਸੀਂ ਖੁਸ਼ ਹੁੰਦੇ ਹਾਂ ਚੀਜ਼ਾਂ ਕਰਕੇ। ਇੱਕ ਪੁਸਤਕ ਪੜ੍ਹੀ, ਉਹਦੇ ਵਿੱਚ ਇਤਨਾ ਸੱਚ ਲਿਖਿਆ ਹੈ, ਇਤਨਾ ਸੱਚ। ਪਹਿਲਾਂ ਉਹ ਲਿਖਦਾ ਹੈ, ਕਰਤਾ ਆਪਣੇ ਹਿੱਸੇ ਦਾ ਜਿਹੜਾ ਮੌਨ ਦਾ ਕਰਤਾ ਹੈ,
ਉਹ ਕਹਿਣ ਲੱਗਾ ਵੀ ਬੰਦਾ ਕਹਿੰਦਾ ਹੈ ਮਿੱਟੀ ਹਾਂ ਮੈਂ, ਕਹਿੰਦਾ ਮਿੱਟੀ ਤਾਂ ਕਈ ਵਾਰੀ ਜੰਮ ਜਾਂਦੀ ਆ, ਖੁਰਚਣੀ ਪੈਂਦੀ ਆ। ਕਹਿੰਦਾ ਬੈਠੇ ਬੈਠੇ ਅਸੀਂ ਕਹਿ ਦਿੰਦੇ ਆ ਇਹ ਤਾਂ ਮਤਲਬ ਆਮ ਗੱਲਾਂ ਨੇ, ਮਿੱਟੀ ਦੇ ਪੁਤਲੇ ਆ, ਮੈਂ ਕਹਿ ਰਿਹਾ ਇਹ ਗੱਲ ਹੋਰ ਆ, ਮੈਂ ਮਹਿਸੂਸ ਕਰ ਰਿਹਾ, ਉਦੋਂ ਫਰਕ ਪਊਗਾ ਮੈਨੂੰ। ਕਹਿਣ ਨੂੰ ਤਾਂ ਲੋਕ ਬਹੁਤ ਕੁਝ ਕਹਿ ਦਿੰਦੇ ਨੇ। ਕਹਿੰਦਾ ਅਸਲ 'ਚ ਅਸੀਂ ਰੇਤਾ ਹਾਂ, ਕੱਕਾ ਰੇਤਾ, ਜਿਹੜਾ ਬੜੀ ਛੇਤੀ ਕਿਰ ਜਾਂਦਾ, ਮਾੜੇ ਜਨਾਂ ਨਹੀਂ ਕਿਰ ਜਾਂਦਾ। ਰੇਤਾ ਜਿਹੜੀ ਹੁੰਦੀ ਆ ਬਹੁਤ ਛੇਤੀ ਕਿਰਦੀ ਆ। ਮਿੱਟੀ ਤਾਂ ਕਹਿੰਦਾ ਜੰਮ ਜੇ ਤਾਂ ਜ਼ੋਰ ਲਾ ਕੇ ਪੁੱਟਣੀ ਪੈਂਦੀ ਆ। ਕਹਿੰਦਾ ਅਸੀਂ ਅਸਲ ਦੇ ਵਿੱਚ ਨਾ ਮਿੱਟੀ ਨਹੀਂ, ਅਸੀਂ ਰੇਤਾ ਹੀ ਹਾਂ, ਜਿਹੜੇ ਕਿਰ ਜਾਂਦੇ ਆ ਬੜੀ ਛੇਤੀ। ਬੰਦੇ ਦੀ ਖੁਸ਼ੀ ਪੈਸਾ ਤੈਅ ਕਰਦਾ ਹੈ ਵੀ ਉਹ ਖੁਸ਼ ਰਹੂਗਾ ਕਿ ਨਹੀਂ। ਅੱਜ ਰਵਿਦਾਸ ਜੀ ਭਗਤ ਜੀ, ਮਾਇਆ ਗਈ ਤਬ ਰੋਵਨ ਲਗਤ ਹੈ, ਜਬ ਕਛ ਪਾਵੇ ਤਬ ਗਰਭ ਕਰਤ ਹੈ। ਸਾਡੀ ਖੁਸ਼ੀ, ਸਾਡੇ ਨਵੇਂ ਕੱਪੜੇ ਮਿਲੇ, ਸਾਡੇ ਨਵੇਂ ਗਹਿਣੇ ਮਿਲੇ, ਸਾਨੂੰ ਤੈਅ ਕਰਦੇ ਨੇ ਅਸੀਂ ਖੁਸ਼ ਰਹਿਣਾ ਕਿ ਉਦਾਸ ਰਹਿਣਾ। ਸਾਡੀ ਖੁਸ਼ੀ ਦੂਜਾ ਤੈਅ ਕਰਦਾ, ਜੇ ਉਹ ਸਾਨੂੰ ਚੰਗਾ ਕਹੂਗਾ ਤਾਂ ਅਸੀਂ ਖੁਸ਼ ਹਾਂ, ਜੇ ਉਹ ਮਾੜਾ ਕਹੂਗਾ ਅਸੀਂ ਦੁਖੀ ਹਾਂ। ਜ਼ਿੰਦਗੀ ਦੇ ਵਿੱਚ ਕੰਟਰੋਲ ਜਿਹੜਾ ਹੈ ਬੰਦੇ ਦਾ ਆਪਣੇ ਹੱਥ 'ਚ ਨਹੀਂ। ਮੈਂ ਖੁਸ਼ ਰਹਿਣਾ ਜਾਂ ਉਦਾਸ, ਇਹ ਦੂਜਿਆਂ ਨੂੰ ਦਿੱਤਾ ਹੋਇਆ ਹੈ, ਦੂਜਿਆਂ ਨੂੰ ਪਕੜਾਇਆ ਹੋਇਆ ਹੈ। ਇੱਥੇ ਬਹੁਤ ਚੰਗੀਆਂ ਚੀਜ਼ਾਂ ਹੁੰਦੀਆਂ, ਅਸੀਂ ਉਹਨਾਂ ਦੀ ਕਦਰ ਨਹੀਂ ਜਾਣਦੇ। ਇੱਥੇ ਧਰਤੀ 'ਤੇ ਅਸੀਂ ਜਿਹੜੀ ਧਰਤੀ 'ਤੇ ਰਹਿੰਦੇ ਹਾਂ, ਇੱਥੇ ਬੁੱਧ ਪੁਰਸ਼ ਰੋਲ ਦਿੱਤੇ ਜਾਂਦੇ ਨੇ। ਈਸਾ ਸਲੀਬ 'ਤੇ ਚੜਾਇਆ ਗਿਆ, ਉਹਨੂੰ ਮਾਰ ਦਿੱਤਾ। ਗੁਰੂ ਨਾਨਕ ਜੀ ਦੇ ਵੱਟੇ ਮਾਰੇ ਨੇ, ਗੁਰੂ ਅਰਜਨ ਦੇਵ ਜੀ ਤੱਤੀ ਤਵੀ 'ਤੇ ਬੈਠੇ ਨੇ। ਅਸੀਂ ਜਿਹੜੀ ਧਰਤੀ 'ਤੇ ਰਹਿੰਦੇ ਹਾਂ, ਇੱਥੇ ਬੁੱਧ ਪੁਰਸ਼ ਰੋਲ ਦਿੱਤੇ ਜਾਂਦੇ ਨੇ ਜਦੋਂ ਹੁੰਦੇ ਨੇ, ਤੇ ਵਰ੍ਹਿਆਂ ਬਾਅਦ ਉਹਨਾਂ ਦੀ ਪੂਜਾ ਹੁੰਦੀ ਆ। ਅਸਲ 'ਚ ਲੋਕਾਂ ਨੂੰ ਕਵਿਤਾ ਤੱਕ ਦੇ ਅਰਥ ਨਹੀਂ ਪਤਾ, ਗੱਲਾਂ ਉਹ ਧਾਰਮਿਕ ਹੋਣ ਦੀਆਂ ਕਰਦੇ ਨੇ। ਅਸਲ ਵਿੱਚ ਲੋਕਾਂ ਨੂੰ ਇੱਕ ਕਵਿਤਾ ਦੇ, ਇੱਕ ਸ਼ਾਇਰੀ ਦੇ ਅਰਥ ਤੱਕ ਨਹੀਂ ਪਤਾ ਹੁੰਦੇ, ਬਹਿਸ ਉਹ ਧਰਮ ਦੇ ਕਰ ਰਹੇ ਹੁੰਦੇ ਨੇ। ਇਸ ਕਰਕੇ ਤੁਸੀਂ ਆਪਦੀ ਜ਼ਿੰਦਗੀ ਵਿੱਚ ਜਿਹੜਾ ਰਿਮੋਟ ਆ, ਕਿਸੇ ਨੂੰ ਨਾ ਫੜਾਉਣਾ, ਕਿਸੇ ਚੀਜ਼ ਦੇ ਮਿਲਣ ਕਰਕੇ ਨਾ ਖੁਸ਼ ਹੋਣਾ। ਜਿੱਦਣ ਉਹ ਵਿਛੜੂਗੀ ਤੁਸੀਂ ਜੀ ਨਹੀਂ ਪਾਵੋਗੇ। ਇੱਕ ਕਹਾਣੀ ਕਹਾਂ, ਹੋਰ ਕਲੀਅਰ ਹੋਊਗੀ ਗੱਲ। ਜੁਨੈਦ ਫਕੀਰ ਹੋਇਆ, ਇੱਕ ਆਪਦੇ ਪੁੱਤਰ ਨੂੰ ਬਹੁਤ ਪਿਆਰ ਕਰਦਾ ਸੀ, ਸਾਰੇ ਕਰਦੇ ਨੇ। ਕਿਸੇ ਕਾਰਨ ਕਰਕੇ ਚੜ੍ਹਾਈ ਕਰ ਗਿਆ, ਮੌਤ ਹੋ ਗਈ ਉਹਦੀ। ਸਪੁਰਦੇ ਖਾਕ ਕਰਕੇ ਜਦੋਂ ਆਏ ਨੇ, ਸਪੁਰਦੇ ਖਾਕ ਕਹਿੰਦੇ ਨੇ ਦਫਨਾਉਣ ਨੂੰ, ਸਪੁਰਦੇ ਖਾਕ ਜਦੋਂ ਕਰਕੇ ਆਏ ਨੇ, ਇਸਲਾਮ ਸੀ, ਇਸਲਾਮ ਦੀ ਮਰਿਆਦਾ। ਪਤਨੀ ਕਹਿੰਦੀ ਜੁਨੈਦ, ਮੈਂ ਸੋਚਿਆ ਸੀ ਤੂੰ ਪਾਗਲ ਹੋ ਜਾਏਗਾ, ਇੰਨਾ ਪਿਆਰ ਕਰਦਾ ਸੀ ਤੂੰ ਪੁੱਤਰ ਨੂੰ, ਵਿਛੋੜਾ ਅਸਹਿ ਹੋ ਜਾਣਾ, ਝੱਲਿਆ ਨਹੀਂ ਜਾਣਾ। ਤੂੰ ਇਉਂ ਲੱਗਾ ਵੀ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ। ਇਹ ਕਿਵੇਂ ਹੋ ਗਿਆ? ਕਾਰਨ ਕੀ ਹੈ ਇਹਦਾ? ਕਹਿੰਦਾ ਦੇਖ, ਜਦੋਂ ਮਰਿਆ ਨਾ, ਮੈਂ ਇਹ ਸੋਚਿਆ, ਜਦੋਂ ਇਹਦਾ ਜਨਮ ਨਹੀਂ ਸੀ ਹੋਇਆ ਉਦੋਂ ਮੈਂ ਖੁਸ਼ ਸੀ, ਜਦੋਂ ਇਹਦਾ ਜਨਮ ਨਹੀਂ ਸੀ ਨਾ ਹੋਇਆ ਉਦੋਂ ਮੈਂ ਖੁਸ਼ ਸੀ। ਫਿਰ ਇਹਦਾ ਜਨਮ ਹੋਇਆ, ਪਰਮਾਤਮਾ ਨੇ ਇਹਨੂੰ ਭੇਜਿਆ, ਘੱਲੇ ਆਵੇ ਨਾਨਕਾ, ਫਿਰ ਇਹ ਸਾਨੂੰ ਮਿਲਿਆ। ਫਿਰ ਸੱਦੇ ਉੱਠੀ ਜਾਹੇ, ਸੱਦੇ ਉੱਠੀ ਜਾਹੇ, ਸੱਦਾ ਆ ਗਿਆ ਤੇ ਚਲਿਆ ਗਿਆ। ਮੈਨੂੰ ਲੱਗਾ ਵੀ ਇਹਦਾ ਆਉਣਾ ਜਾਣਾ ਇੱਕ ਖੇੜੀ ਆ। ਮਿਲਿਆ, ਪਹਿਲਾਂ ਜਦੋਂ ਜਨਮ ਹੀ ਨਹੀਂ ਸੀ ਉਦੋਂ ਵੀ ਆਪਾਂ ਦੇਖ ਦੋਨੋਂ ਖੁਸ਼ ਰਹਿੰਦੇ ਸੀ, ਪਤੀ ਪਤਨੀ। ਫਿਰ ਇਹ ਆ ਗਿਆ, ਫਿਰ ਆਪਾਂ ਠੀਕ ਸੀ, ਖੁਸ਼ ਸੀ। ਫਿਰ ਇਹ ਚਲਿਆ ਗਿਆ। ਕਹਿੰਦਾ ਮੈਨੂੰ ਖੇਡ ਜੀ ਲੱਗੀ ਇਹਦਾ ਆਉਣਾ ਤੇ ਜਾਣਾ, ਤੇ ਮੈਂ ਚੱਲ ਗਿਆ, ਜਿਹਨੂੰ ਭਾਣਾ ਕਹਿੰਦੇ ਨੇ। ਤਾਂ ਕਹਿੰਦਾ ਮੈਂ ਰੋਇਆ ਨਹੀਂ, ਆਪਦੀ ਪਤਨੀ ਨੂੰ ਕਹਿ ਰਿਹਾ। ਦੇਖੋ, ਇੱਕ ਫਕੀਰ ਦੀ ਇਹ ਮਤਲਬ ਕਿ ਅੰਦਰ ਦੀ ਗੱਲ ਆ। ਫਕੀਰਾਂ ਦਾ ਭਾਣਾ ਮੰਨਣਾ, ਉਹਨਾਂ ਰਜਾ 'ਚ ਰਹਿਣਾ, ਇਹ ਫਕੀਰਾਂ ਦੇ ਹਿੱਸੇ ਆਇਆ ਵਾ, ਸਾਡੇ ਹਿੱਸੇ ਨਹੀਂ ਆਇਆ। ਮੌਲਾਨਾ ਰੂਮ ਜੀ ਕਹਿੰਦੇ ਫਕੀਰ ਜਦੋਂ ਕਹਿੰਦੇ ਨੇ ਰੱਬ ਦੇ ਪਿਆਰੇ, ਗੁਰੂ ਸਾਹਿਬ ਜਦੋਂ ਸਮਝਾਉਂਦੇ ਨੇ, ਅਸੀਂ ਸਮਝਦੇ ਨਹੀਂ। ਕਿਵੇਂ
ਕਹਿੰਦੇ ਮਾਂ ਦੇ ਉਦਰ ਦੇ ਵਿੱਚ ਇੱਕ ਬੱਚਾ ਹੁੰਦਾ, ਪਲ ਰਿਹਾ ਹੁੰਦਾ, ਉਹਨੂੰ ਜਾ ਕੇ ਜਦੋਂ ਕੋਈ ਕਹੇ ਬਾਹਰ ਵੀ ਇੱਕ ਦੁਨੀਆ, ਉੱਥੇ ਸੂਰਜ ਚੜ੍ਹਦਾ, ਉੱਥੇ ਫੁੱਲ ਖਿੜਦੇ ਨੇ, ਉੱਥੇ ਲੋਕ ਰਹਿੰਦੇ ਨੇ, ਉੱਥੇ ਰੁੱਤਾਂ ਬਦਲਦੀਆਂ ਨੇ, ਉੱਥੇ ਥਿੱਤਾਂ ਬਦਲਦੀਆਂ ਨੇ, ਕਹਿੰਦੇ ਉਹ ਜਵਾਕ ਮੰਨੇਗਾ ਨਹੀਂ। ਗਰਭ ਦਾ ਬੱਚਾ ਕਦੇ ਮੰਨਣ ਨੂੰ ਤਿਆਰ ਨਹੀਂ ਹੁੰਦਾ ਵੀ ਐਸੀ ਦੁਨੀਆ ਜੇ ਕੋਈ ਉਹਨੂੰ ਕਹੇ। ਜਦੋਂ ਫਕੀਰ ਰੱਬ ਦੇ ਪਿਆਰੇ ਸਾਨੂੰ ਸਮਝਾਉਂਦੇ ਨੇ ਕਿ ਰੂਹਾਨੀ ਜ਼ਿੰਦਗੀ ਆ, ਬੰਦਾ ਨਹੀਂ ਸਮਝਦਾ। ਕੋਟ ਜਨਮ ਕੇ ਦੁੱਖ ਗਵਾਇਓ, ਜਿਹੜਾ ਸਮਝਦਾ ਹੈ ਉਹਦੇ ਹੀ ਇਹ ਦੁੱਖ ਗਵਾਚਦੇ ਨੇ, ਉਹਨੂੰ ਹੀ ਇੱਜ਼ਤ ਮਿਲਦੀ ਆ ਵਾਹਿਗੁਰੂ ਦੇ ਦਰਬਾਰ ਵਿੱਚ, ਉਹਨੂੰ ਇੱਜ਼ਤ ਮਿਲਦੀ ਆ। ਅਸੀਂ ਸਾਡੀਆਂ ਖੁਸ਼ੀਆਂ ਅਸੀਂ ਆਪ ਤੈਅ ਨਹੀਂ ਕਰਦੇ, ਚੀਜ਼ਾਂ ਤੈਅ ਕਰਦੀਆਂ ਨੇ। ਬਸ ਇੱਥੇ ਹੀ ਫਰਕ ਆ। ਭਗਤ ਜਿਹੜੇ ਨੇ ਉਹ ਕਿਵੇਂ ਸਦਾ ਵਿਗਾਸ 'ਚ ਰਹਿੰਦੇ ਨੇ। ਤੁਸੀਂ ਬਹੁਤ ਵਾਰ ਇਹ ਗੱਲ ਸੁਣੀ ਆ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਭਗਤ ਸਦਾ ਹੀ ਖੁਸ਼ ਰਹਿੰਦੇ ਨੇ, ਚਾਅ 'ਚ ਰਹਿੰਦੇ ਨੇ। ਕਾਰਨ ਕੀ ਆ? ਉਹ ਚੀਜ਼ਾਂ ਕਰਕੇ ਖੁਸ਼ ਨਹੀਂ ਹੁੰਦੇ। ਇਹਨੂੰ ਭਗਤ ਰਵਿਦਾਸ ਜੀ ਕਹਿੰਦੇ ਆ, ਬੰਦਾ ਚੀਜ਼ਾਂ ਕਰਕੇ ਖੁਸ਼ ਆ, ਬੰਦਾ ਨਵੇਂ ਕੱਪੜੇ ਮਿਲਣ ਉਹਦੇ ਕਰਕੇ ਖੁਸ਼ ਆ, ਬੰਦਾ ਨਵੇਂ ਇਨਸਾਨ ਗਹਿਣੇ ਮਿਲਣ ਉਹਨੂੰ ਉਹਦੇ ਕਰਕੇ ਖੁਸ਼ ਆ। ਮਾਇਆ ਗਈ ਤਬ ਰੋਵਨ ਲਗਤ ਹੈ, ਪੈਸਾ ਖੁੱਸ ਜੇ ਫਿਰ ਉਦਾਸ ਆ। ਚੀਜ਼ਾਂ ਗਵਾਚ ਜਾਣ ਰੋਣ ਲੱਗ ਜਾਏਗਾ। ਇਸ ਕਰਕੇ ਨਾ ਸਾਡੀ ਖੁਸ਼ੀ ਤੁਸੀਂ ਵੇਖੋ, ਅਸੀਂ ਆਪ ਨਹੀਂ ਤੈਅ ਕਰਦੇ, ਚੀਜ਼ਾਂ ਤੈਅ ਕਰ ਰਹੀਆਂ ਨੇ ਵੀ ਅਸੀਂ ਖੁਸ਼ ਰਹਿਣਾ। ਜਿਸ ਦਿਨ ਤੁਸੀਂ ਆਪਣੇ ਆਪ ਕਰਕੇ ਖੁਸ਼ ਰਹਿਣ ਲੱਗ ਜਾਓਗੇ, ਤੁਹਾਡੀ ਖੁਸ਼ੀ ਚੀਜ਼ਾਂ ਤੇ ਨਹੀਂ ਟਿਕੀ ਹੋਵੇਗੀ। ਉਹਨੂੰ ਅਸਲ ਖੁਸ਼ੀ ਮੰਨਣਾ, ਉਹਨੂੰ ਆਨੰਦ ਕਹਿੰਦੇ ਨੇ, ਉਹਨੂੰ ਹੀ ਆਨੰਦ ਕਹਿੰਦੇ ਨੇ। ਹਜੇ ਅਸੀਂ ਚੀਜ਼ਾਂ ਕਰਕੇ ਖੁਸ਼ ਹੁੰਦੇ ਹਾਂ, ਚੀਜ਼ਾਂ ਕਰਕੇ ਉਦਾਸ ਹੁੰਦੇ ਹਾਂ। ਕੁਝ ਮਿਲ ਜੇ ਤੇ ਬੰਦੇ ਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ, ਕੁਝ ਵਿਛੜ ਜੇ ਰੋਣਾ ਬੰਦ ਨਹੀਂ ਹੁੰਦਾ। ਥਮਤੇ ਥਮੇਂਗੇ ਆंसू है जे हंसी नहीं, लगता नहीं है दिल मेरा उजड़े दयार में, किसकी बनी है आलम न पाएदार में, इन हसरतों से कह लो कहीं और जा बसे, इतनी जगह कहाँ है दिले दागदार में, उम्रे दराज मांग कर लाए थे 4 दिन, कुछ आरज़ू में कट गई कुछ इंतजार में। शायर ਕਹਿੰਦਾ ਹੈ ਬੜੀ ਲੰਮੀ ਉਮਰ ਮੰਗ ਕੇ ਲਿਆਇਆ ਸੀ ਰੱਬ ਤੋਂ, ਕਿੰਨੀ? 4 ਦਿਨਾਂ ਦੀ। 2 ਆਰਜ਼ੂ ਮੇਂ ਕੱਟ ਗਈ 2 ਇੰਤਜ਼ਾਰ ਮੇਂ। 2 ਤਾਂ ਚੀਜ਼ਾਂ ਮੰਗਦਿਆਂ ਦੀ ਲੰਘ ਗਈ, 2 ਦਿਨ ਜ਼ਿੰਦਗੀ। ਆ ਦੇ ਦੇ ਉਹ ਦੇ ਦੇ, ਦੇਂਦਾ ਦੇ ਲੈਂਦੇ ਥੱਕ ਪਾਏ। 2 ਨਾ ਉਡੀਕਦਿਆਂ ਲੰਘ ਗਈ, ਅੱਜ ਮਿਲਣਗੀਆਂ ਕੱਲ ਮਿਲਣਗੀਆਂ। इन हसरतों से कह दो कहीं और जा बसे, इतनी जगह कहाँ दिले दागदार में, उम्रे दराज मांग कर लाए थे 4 दिन, कुछ आरजू में कट गई कुछ इंतजार में। ਇਹ ਬੰਦੇ ਦੀ ਕਹਾਣੀ ਹੈ। 2 ਦਿਨ ਤਾਂ ਚੀਜ਼ਾਂ ਮੰਗਦਿਆਂ ਦੇ ਲੰਘ ਜਾਂਦੇ ਨੇ, ਜ਼ਿੰਦਗੀ 4 ਦਿਨਾਂ ਦੀ ਹੁੰਦੀ ਹੈ। ਕਬੀਰ ਸਾਹਿਬ ਜੀ ਕਹਿੰਦੇ 4 ਦਿਵਸ ਕੇ ਪ੍ਰਾਹੁਣੇ, 4 ਦਿਨਾਂ ਦੇ ਪ੍ਰਾਹੁਣੇ ਆ, ਮਿੱਟੀ ਦੇ ਪੁਤਲੇ ਆ। ਅਸਲ 'ਚ ਮਿੱਟੀ ਨੂੰ ਖੁਰਚਣਾ ਪੈਂਦਾ ਜਦੋਂ ਜੰਮ ਜਾਂਦੀ ਆ, ਟਾਈਮ ਜਿਹਾ ਲੱਗਦਾ, ਬੰਦਾ ਰੇਤਾ ਹੈ। ਜਿਹਨੂੰ ਗੁਰੂ ਤੇਗ ਬਹਾਦਰ ਜੀ ਕਹਿੰਦੇ, ਕਹਿ ਨਾਨਕ ਥਿਰ ਨਾ ਰਹਿ ਜਿਉਂ ਬਾਲੂ ਕੀ ਭੀਤ। ਕੱਕਾ ਰੇਤਾ ਨਹੀਂ ਹੁੰਦਾ, ਕਿਰ ਜਾਂਦਾ ਬੜੀ ਛੇਤੀ, ਬੰਦਾ ਕੱਕਾ ਰੇਤਾ ਹੀ ਆ। ਬਾਲੂ ਕਹਿੰਦੇ ਨੇ ਰੇਤ ਦੀ ਕੰਧ ਨੂੰ, ਰੇਤ ਦੀ ਕੰਧ ਨੂੰ। ਕਹਿ ਨਾਨਕ ਥਿਰ ਨਾ ਰਹਿ ਜਿਉਂ ਬਾਲੂ ਕੀ ਭੀਤ। ਇਹ ਸੰਸਾਰ ਰੇਤ ਦੀ ਕੰਧ ਆ, ਰੇਤ ਦੀ ਕੰਧ ਬਹੁਤਾ ਚਿਰ ਨਹੀਂ ਟਿਕਦੀ ਹੁੰਦੀ। ਇਹ ਮਤਲਬ ਕਿ ਗੁਰੂ ਸਾਹਿਬ ਜੀ ਦਾ ਸਮਝਾਉਣ ਦਾ ਤਰੀਕਾ ਬੜਾ ਸਰਲ ਹੈ, ਤੇ ਅਸੀਂ ਹੁੰਨੇ ਆ ਜਿੱਥੇ ਉੱਥੇ ਨਹੀਂ ਹੁੰਦੇ, ਉਹ ਚੀਜ਼ ਦਾ ਆਨੰਦ ਨਹੀਂ ਲੈਂਦੇ, ਅਸੀਂ ਕਿਤੇ ਹੋਰ ਹੁੰਨੇ ਆ। ਮੈਂ ਇੱਕ ਕਹਾਣੀ ਕਹਿੰਦਾ ਤੁਹਾਨੂੰ, ਮਹਾਂਪੁਰਸ਼ਾਂ ਨੇ ਲਿਖੀ ਆ, ਬੜੀ ਪਿਆਰੀ ਆ।
ਉਹ ਕਹਿੰਦੇ ਮੈਂ ਆਪਣੇ ਇੱਕ ਦੋਸਤ ਦੇ ਨਾਲ ਚਲਾ ਗਿਆ ਆਗਰੇ ਵਿੱਚ ਇੱਕ ਬਿਲਡਿੰਗ ਬਣੀ ਹੋਈ ਆ ਜਿਹੜੀ ਬੜੀ ਮਸ਼ਹੂਰ ਆ, ਉਹਨੂੰ ਕਹਿੰਦੇ ਨੇ ਤਾਜ ਮਹਿਲ ਕਹਿੰਦੇ ਨੇ। ਦੇਖਣ ਚਲਾ ਗਿਆ। ਉਹ ਕੀ ਕਰਨ ਲੱਗ ਗਿਆ? ਕਹਿੰਦੇ ਫੋਟੋਆਂ ਖਿੱਚਣ ਲੱਗ ਗਿਆ ਤਾਜ ਮਹਿਲ ਦੀਆਂ। ਕਹਿੰਦੇ ਮੈਂ ਉਹਨੂੰ ਪੁੱਛਿਆ ਫੋਟੋਆਂ ਕਦੋਂ ਖਿੱਚ ਰਿਹਾ ਤੂੰ? ਕੱਲੀ ਕੱਲੀ ਚੀਜ਼ ਦੀ ਖਿੱਚ ਰਿਹਾ ਸੀ, ਤਸਵੀਰਾਂ ਕਿਉਂ ਲੈ ਰਿਹਾ? ਕਹਿਣ ਲੱਗਾ ਦੇਖੋ ਜੀ ਮੈਂ ਘਰੇ ਜਾ ਕੇ ਤਾਜ ਮਹਿਲ ਨੂੰ ਦੇਖੂੰਗਾ। ਦੇਖੋ ਤੁਹਾਨੂੰ ਸੁਣ ਕੇ ਪਹਿਲਾਂ ਮਤਲਬ ਲੱਗੇਗਾ ਵੀ ਇਹ ਇੱਕ ਹਾਸੇ ਵਾਲੀ ਕਹਾਣੀ ਆ, ਨਹੀਂ, ਇਹ ਬੰਦੇ ਦੀ ਕਹਾਣੀ ਆ। ਮਹਾਂਪੁਰਸ਼ ਕਹਿੰਦੇ ਮੈਂ ਉਹਨੂੰ ਦੇਖੀ ਗਿਆ, ਉਹ ਤਾਜ ਮਹਿਲ ਦੀਆਂ ਤਸਵੀਰਾਂ ਖਿੱਚ ਰਿਹਾ ਸੀ, ਸੱਜਿਓਂ ਖੱਬਿਓਂ ਅੰਦਰੋਂ ਬਾਹਰੋਂ। ਕਹਿੰਦੇ ਮੈਂ ਉਹਨੂੰ ਆਖਿਆ ਤੂੰ ਤਸਵੀਰਾਂ ਖਿੱਚ ਰਿਹਾ, ਤਸਵੀਰਾਂ ਤਾਂ ਇਹਦੀਆਂ ਮਿਲ ਰਹੀਆਂ ਨੇ ਬਾਜ਼ਾਰ 'ਚੋਂ, ਤੇ ਤੇਰੇ ਨਾਲੋਂ ਵਧੀਆ ਫੋਟੋਗ੍ਰਾਫਰ ਨੇ ਜਿਨ੍ਹਾਂ ਨੇ ਖਿੱਚੀਆਂ ਨੇ, ਉਹ ਖਰੀਦ ਲੈਣੀਆਂ ਸੀ, ਇੱਥੇ ਆਉਣ ਦੀ ਕੀ ਲੋੜ ਸੀ? ਕਹਿੰਦਾ ਇਹ ਮੈਂ ਫੋਟੋਆਂ ਖਿੱਚ ਲਈਆਂ ਤਾਜ ਮਹਿਲ ਦੀਆਂ, ਆ ਕੇ ਘਰੇ ਜਾਊਂਗਾ, ਉੱਥੇ ਜਾ ਕੇ ਸ਼ਾਂਤੀ ਨਾਲ ਕਮਰੇ 'ਚ ਬਹਿ ਕੇ ਦੇਖੂੰਗਾ ਮੈਂ ਵੀ ਤਾਜ ਮਹਿਲ ਕਿਹੋ ਜਿਹਾ। ਜਿੱਥੇ ਦੇਖ ਰਿਹਾ, ਜਿੱਥੇ ਖੜਾ ਹੈ ਤਾਜ ਮਹਿਲ 'ਚ, ਉਦੋਂ ਨਹੀਂ ਦੇਖ ਰਿਹਾ, ਉਦੋਂ ਆਨੰਦ ਨਹੀਂ ਮਾਣ ਰਿਹਾ। ਘਰੇ ਜਾਊਂਗਾ ਫਿਰ ਮੈਂ ਵੇਖੂੰਗਾ। ਤਾਂ ਉਹਨਾਂ ਆਖਿਆ ਕਹਿੰਦੇ ਇਦੋਂ ਵਧੀਆ ਤਸਵੀਰਾਂ ਤੇਰੇ ਨਾਲੋਂ ਚੰਗੇ ਲਾਇਕ ਫੋਟੋਗ੍ਰਾਫਰਾਂ ਦੀਆਂ, ਕਹਿੰਦੇ ਕਹਾਉਂਦੇ ਉਹਨਾਂ ਦੀਆਂ ਖਿੱਚੀਆਂ ਨੇ, ਉਹ ਖਰੀਦ ਲੈਂਦਾ, ਇੱਥੇ ਆਉਣ ਦੀ ਲੋੜ ਕੀ ਸੀ ਜੇ ਤੂੰ ਇਹ ਜਗ੍ਹਾ 'ਤੇ ਆ ਕੇ ਇਹਦਾ ਆਨੰਦ ਹੀ ਨਹੀਂ ਮਾਣ ਪਾਇਆ। ਇਹ ਬੰਦੇ ਦੀ ਕਹਾਣੀ ਹੈ। ਜਿੱਥੇ ਹੁੰਦਾ ਉੱਥੇ ਨਹੀਂ ਹੁੰਦਾ, ਜਿੱਥੇ ਨਹੀਂ ਹੁੰਦਾ ਉੱਥੇ ਹੁੰਦਾ। ਉੱਥੇ ਦਾ ਸਰੀਰ ਨਹੀਂ ਹੁੰਦਾ, ਤੇ ਸਰੀਰ ਬੜੇ ਕੰਮ ਦੀ ਚੀਜ਼ ਆ। ਰੂਹਾਂ ਇਹਨੂੰ ਲੱਭਦੀਆਂ ਨੇ, ਜਦੋਂ ਵਿਛੜ ਜਾਂਦੀਆਂ ਨੇ ਉਦੋਂ ਭਾਲਣ ਲੱਗ ਜਾਂਦੀਆਂ ਸਰੀਰਾਂ ਨੂੰ। ਇਸ ਦੇਹੀ ਕੋ ਸਿਮਰੈ ਦੇਵ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਹ ਦੇਹ ਨੂੰ ਲੋਚਦੇ ਨੇ ਦੇਵਤੇ, ਰੂਹਾਂ। ਕਾਰਨ ਕੀ ਆ? ਸਰੀਰ ਕਰਕੇ ਹੀ ਕਰਮ ਹੋਣੇ ਆ, ਸਰੀਰ ਕਰਕੇ ਹੀ ਸੰਗਤ ਹੋਣੀ ਹੈ। ਇਸ ਦੇਹੀ ਕੋ ਸਿਮਰੈ ਦੇਵ, ਇਹ ਸਰੀਰ ਜਿਹੜਾ ਬੜੇ ਕੰਮ ਦੀ ਚੀਜ਼ ਆ, ਪਰ ਜੇ ਜਿੱਥੇ ਹੋਵੇ ਉੱਥੇ ਨਾਲ ਇਹਦਾ ਮਨ ਹੋਵੇ। ਕੱਲਾ ਸਰੀਰ ਕੁਝ ਨਹੀਂ, ਕੱਲੀ ਰੂਹ ਕੁਝ ਨਹੀਂ। ਸਰੀਰ ਤੇ ਆਤਮਾ ਇਹ ਦੋਨੋਂ ਮਿਲ ਕੇ ਸੰਗਤ ਕਰਦੀਆਂ ਨੇ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਇਸ ਕਰਕੇ ਸਰੀਰ ਤੇ ਆਤਮਾ ਤੇ ਪਰਮਾਤਮਾ ਇਹ ਚੀਜ਼ਾਂ ਜਿਹੜੀਆਂ ਹਨ ਸੰਗਤ ਵਿੱਚੋਂ ਮਿਲਦੀਆਂ ਨੇ। ਸਰੀਰ ਤਾਂ ਸਾਨੂੰ ਮਿਲ ਹੀ ਗਿਆ। ਦੇਖੋ 9 ਮਹੀਨਿਆਂ ਦੇ ਵਿੱਚ ਅਸੀਂ ਬਣੇ ਹਾਂ। ਫਰੀਦ ਸਾਹਿਬ ਜੀ ਦੀ ਇੱਕ ਬਹੁਤ ਸੁੰਦਰ ਗੱਲ ਹੈ ਨਿੱਕੀ ਜੀ, ਤੇ ਮਤਲਬ ਸੱਟ ਬੜੀ ਡੂੰਘੀ ਮਾਰਦੀ ਆ। ਗਡੰਦਿਆਂ ਇਵੇਂ ਆ, ਗਡੰਦਿਆਂ 6 ਮਾਹ ਤੜੰਦਿਆਂ ਹਿੱਕ ਖੇਨੂੰ, ਇੱਕ ਪੰਗਤੀ ਹੋਈ ਆ। ਕਹਿੰਦੇ ਜਿਹੜੀ ਚੀਜ਼ ਨੂੰ ਗੰਢਣ ਨੂੰ 6 ਮਹੀਨੇ ਲੱਗੇ ਨੇ, ਕਿ ਉਹਨੂੰ ਟੁੱਟਣ ਲਈ ਵੀ 6 ਲੱਗਣਗੇ? ਪੁੱਛਦੇ ਨੇ। ਗਡੰਦਿਆਂ 6 ਮਾਹ ਤੜੰਦਿਆਂ ਹਿੱਕ ਖੇਨੂੰ। ਆ ਮਾਈਕ੍ਰੋਫੋਨ ਆ ਜਿਹਦੇ ਵਿੱਚ ਆਪਾਂ ਬੋਲ ਰਿਹਾ ਮੈਂ, ਇਹਨੂੰ ਜਿਹਨੇ ਬਣਾਇਆ ਹੋਵੇਗਾ ਸਮਾਂ ਬੜਾ ਲੱਗਾ ਹੋਣਾ। ਜੇ ਇਹਨੂੰ ਤੋੜਨਾ ਹੋਵੇ ਕਿਸੇ ਨੇ, ਸਕਿੰਟ 'ਚ ਤੋੜ ਦੇਗਾ, 1 ਮਿੰਟ 'ਚ ਤੋੜ ਦੇਗਾ। 9 ਮਹੀਨਿਆਂ 'ਚ ਸਰੀਰ ਬਣਦਾ ਤੇਰਾ, ਇਹ ਕਹਿਣਾ ਚਾਹ ਰਹੇ ਨੇ ਅਸਲ 'ਚ। ਗਡੰਦਿਆਂ 6 ਮਾਹ ਹੌਲੀ ਹੌਲੀ ਬਣਦਾ, ਇੱਕ ਬਿੰਦ ਤੋਂ, ਇੱਕ ਲਹੂ ਤੋਂ, ਦੇ ਸਮੇਲ ਤੋਂ ਅੱਗੇ ਅੱਗੇ ਅੰਗ ਬਣਦੇ ਨੇ, ਅੱਖਾਂ ਬਣਦੀਆਂ। 9 ਮਹੀਨਿਆਂ 'ਚ ਪੂਰਾ ਹੁੰਦਾ। ਟੁੱਟਣ ਲਈ 9 ਨਹੀਂ ਲੱਗਣੇ, ਇਹ ਕਹਿ ਰਹੇ ਨੇ। ਗੰਢਣ ਲਈ 9 ਲੱਗੇ ਨੇ, ਟੁੱਟਣ ਲਈ 9 ਨਹੀਂ ਲੱਗਣੇ। ਸਕਿੰਟ ਲੱਗਦਾ ਹੈ। ਪਹਿਲਾਂ ਆਪਾਂ ਨੂੰ ਬੰਦਾ ਮਿਲਿਆ ਹੁੰਦਾ, ਠੀਕ ਠਾਕ ਹੁੰਦਾ, ਅਗਲੇ ਦਿਨ ਖਬਰ ਮਿਲਦੀ ਉਹ ਹੈ ਹੀ ਨਹੀਂ, ਰਿਹਾ ਨਹੀਂ, ਅਕਾਲ ਚੱਲਣਾ ਕਰ ਗਿਆ। ਗਡੰਦਿਆਂ 6 ਮਾਹ ਤੜੰਦਿਆਂ ਹਿੱਕ ਖਿਨੋ। ਜਿਹੜੀ ਚੀਜ਼ ਨੂੰ ਬਣਨ ਲਈ 9 ਮਹੀਨੇ ਲੱਗਦੇ ਨੇ, ਜ਼ਰੂਰੀ ਨਹੀਂ ਉਹਨੂੰ ਟੁੱਟਣ ਲਈ ਵੀ 9 ਲੱਗਣਗੇ। ਤੂੰ ਸਮਝਦਾ ਕਿਉਂ ਨਹੀਂ? ਇਹ ਕਹਿ ਰਹੇ ਨੇ। ਇਵੇਂ ਬੰਦੇ ਦਾ ਹੰਕਾਰ ਟੁੱਟੇਗਾ। ਇਹ ਚੀਜ਼ਾਂ ਤੋੜਨਗੀਆਂ। ਇਹ ਚੀਜ਼ਾਂ ਗੱਲਾਂ ਸੰਗਤ 'ਚੋਂ ਮਿਲਦੀਆਂ ਨੇ। ਇਹ ਸੰਗਤ ਹੀ ਵਾਰ-ਵਾਰ ਬਸ ਇੱਕ ਗੱਲ ਹੀ ਕਹਿ ਰਹੇ ਆ ਗੁਰੂ ਸਾਹਿਬ, ਸੰਗਤ ਸੰਗਤ ਸੰਗਤ। ਹੁਕਮਨਾਮੇ ਬਦਲ ਜਾਂਦੇ ਨੇ, ਗੱਲ ਉਦਾਹਰਨਾਂ ਬਦਲ ਜਾਂਦੀਆਂ ਨੇ,
ਬਸ ਉਹ ਇਹੀ ਕਹਿਣਾ ਚਾਹ ਰਹੇ ਨੇ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਆਪਦੀ ਸੰਗਤ ਸਹੀ ਕਰੋ, ਸੰਗਤ ਸਹੀ ਕਰੋ। ਇਸ ਕਰਕੇ ਜਿਹਦੇ ਨਾਲ ਸਰਬ ਸੂਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਇਹ ਮਤ ਸੰਗਤ ਹੀ ਸਭ ਤੋਂ ਉੱਚੀ ਚੀਜ਼ ਆ, ਜਿਹੜੀ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ, ਜਿਹੜੀ ਕਮਾਉਣੀ ਪੈਂਦੀ ਆ। ਕੌਣ ਦਿੰਦਾ, ਕੌਣ ਬਖਸ਼ਦਾ? ਗੁਰੂ। ਇਹ ਜਿਹੜੀ ਮਤ ਆ, ਸੰਗਤ ਬਹੁਤ ਉੱਚੀ ਚੀਜ਼ ਆ। ਬਾਣੀ ਜੈਸਾ ਦੁਨੀਆ ਤੇ ਕੋਈ ਨਹੀਂ। ਜੇ ਤੁਸੀਂ ਜਪਜੀ ਸਾਹਿਬ ਨੂੰ ਘਰੋਂ ਕੱਢਤਾ, ਸਮਝ ਲਿਓ ਖੁਸ਼ੀਆਂ ਕੱਢਤੀਆਂ। ਜਪਜੀ ਸਾਹਿਬ ਨਹੀਂ ਗਿਆ, ਖੁਸ਼ੀਆਂ ਹੀ ਕੱਢਤੀਆਂ। ਇਹ ਗੱਲਾਂ ਤੁਹਾਨੂੰ ਗੁਰੂ ਤੋਂ ਪਤਾ ਲੱਗਦੀਆਂ। ਸੰਗਤ ਸਹੀ ਕਰੋ, ਤੁਹਾਡਾ ਸਾਰਾ ਕੁਝ ਸਹੀ ਹੋ ਜਾਏਗਾ। ਤੁਹਾਡੀ ਲਾਈਫ, ਤੁਹਾਡੀ ਜ਼ਿੰਦਗੀ ਵਿੱਚ ਰੂਹਾਨੀਅਤ, ਜ਼ਿੰਦਗੀ ਵਿੱਚ ਅਧਿਆਤਮ। ਪੈਸਾ ਬਹੁਤ ਵੱਡੀ ਚੀਜ਼ ਆ, ਪਰ ਸਾਰਾ ਕੁਝ ਪੈਸਾ ਨਹੀਂ ਹੁੰਦਾ। ਬਹੁਤ ਧਨਾੜ ਲੋਕ ਨੇ ਜਿਨ੍ਹਾਂ ਕੋਲ ਸ਼ਾਂਤੀ ਨਹੀਂ, ਸਕੂਨ ਹੀ ਹੈ ਨਹੀਂ। ਬਹੁਤ ਲੋਕ ਐਸੇ ਦੇਖਣ ਨੂੰ ਮਿਲਦੇ ਨੇ ਜਿਹੜੇ ਖੁਦ ਕਹਿੰਦੇ ਨੇ ਸਭ ਕੁਝ ਦੇਤਾ ਰੱਬ ਨੇ, ਟਿਕਾ ਨਹੀਂ। ਉਹ ਟਿਕਾ ਖਰੀਦਿਆ ਜਾਊਗਾ ਆਪਦਾ ਸਮਾਂ ਦੇ ਕੇ, ਆਪਣੇ ਆਪ ਨੂੰ, ਗੁਰੂ ਨੂੰ। ਮਨ ਦੇ ਰਾਮ ਲਿਆ ਹੈ ਮੋਲ, ਕਬੀਰ ਸਾਹਿਬ ਦਾ ਬੋਲ ਹੈ। ਮੈਂ ਮਨ ਦੇ ਕੇ ਰਾਮ ਲਿਆ ਹੈ ਮੋਲ। ਕਹਿੰਦੇ ਇੱਕ ਸਾਖੀ ਆ, ਇਤਿਹਾਸ ਦੱਸਦਾ, ਇੱਕ ਰਾਜਾ ਸੀ। ਕਬੀਰ ਸਾਹਿਬ ਦੀ ਮਹਿਮਾ ਸੁਣੀ, ਕਿਉਂ? ਰਾਜਿਆਂ ਤੋਂ ਵੀ ਵੱਧ ਗਈ। ਰਾਜਿਆਂ ਤੋਂ ਵੀ ਵੱਧ ਗਈ ਕਿਉਂ? ਕਿਉਂਕਿ ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨ ਕੋਈ। ਭਗਤਾਂ ਦੇ ਬਰਾਬਰ ਨਹੀਂ ਪਹੁੰਚ ਸਕਦੇ ਰਾਜੇ, ਸੂਰਮੇ, ਭਾਵ ਕਿ ਜਿਹੜੇ ਜੰਗ ਦੇ ਮੈਦਾਨ ਵਿੱਚ ਲੜਦੇ ਨੇ, ਤੇ ਵੱਡੇ ਵੱਡੇ ਵਿਦਵਾਨ, ਭਗਤ ਬਰਾਬਰ ਨਹੀਂ ਪਹੁੰਚ ਸਕਦੇ। ਇਹ ਰਾਜਾ ਕਹਿੰਦਾ ਕਿੱਡੀ ਕੀ ਗੱਲ ਆ, ਭਗਤ ਕਬੀਰ ਦਾ ਇੰਨਾ ਨਾਮ ਕਿਉਂ? ਆਦੇ ਵਜ਼ੀਰਾਂ ਨੂੰ ਪੁੱਛ ਰਿਹਾ। ਉਹ ਕਹਿੰਦੇ ਜੀ ਇਹ ਨਾਮ ਜਪਦਾ, ਬੰਦਗੀ ਕਰਦਾ। ਕਹਿੰਦੇ ਚਲੋ ਫਿਰ ਇਉਂ ਕਰਦੇ ਹਾਂ, ਕਿਉਂਕਿ ਦੇਖੋ ਹੰਕਾਰ ਆਪਦੇ ਤੋਂ ਉੱਚਾ ਨਹੀਂ ਕਿਸੇ ਨੂੰ ਮੰਨਦਾ ਹੁੰਦਾ, ਚਾਹੁੰਦਾ ਨਹੀਂ ਹੁੰਦਾ ਮੇਰੇ ਤੋਂ ਵੱਡਾ ਕੋਈ ਹੋਵੇ। ਗੁਰੂ ਦਾ ਸਿੱਖ ਆਪਦੇ ਤੋਂ ਉੱਚੇ ਬੰਦਿਆਂ ਨੂੰ ਲੱਭਦਾ, ਮੈਂ ਨੀਵਾਂ ਹੋ ਜਾ। ਹੰਕਾਰੀ ਬੰਦਾ ਆਪਦੇ ਤੋਂ ਨੀਵਿਆਂ ਨੂੰ ਲੱਭਦਾ ਹਮੇਸ਼ਾ, ਵੀ ਮੈਂ ਉੱਚਾ ਹੋ ਜਾ। ਫਰਕ ਇਹ ਨਾ ਇਹ ਕਹਿੰਦਾ ਵੀ ਉਹਦਾ ਜਿਹੜਾ ਬੰਦਗੀ ਦਾ ਖਰੀਦ ਲੈਂਦੇ ਆ। ਕਬੀਰ ਸਾਹਿਬ ਦਾ ਜਪਿਆ ਹੋਇਆ ਨਾਮ ਮੈਂ ਖਰੀਦ ਲੈਣਾ, ਉਹ ਮੈਨੂੰ ਦੇ ਦੂਗਾ, ਫਿਰ ਮੇਰੀ ਚੜ੍ਹਾਈ ਉਦੋਂ ਵੱਧ ਹੋ ਜੂਗੀ। ਹੁਣ ਕਬੀਰ ਲੋਕ ਕਰਦੇ ਨੇ, ਇਹ ਹੁਣ ਮੇਰਾ ਨਾਂ ਨਹੀਂ ਜਪਦੇ। ਇਹ ਹਾਥੀ ਤੇ ਸਵਾਰ ਹੋ ਕੇ ਆਇਆ, ਊਠਾਂ ਤੇ ਲੱਦ ਕੇ ਪੈਸਾ ਲੈ ਕੇ ਆਇਆ। ਕਬੀਰ ਆ ਲੈ, ਆ ਚੱਕ ਦੌਲਤ, ਮੈਨੂੰ ਆਪਦਾ ਜਪਿਆ ਹੋਇਆ ਨਾਮ ਦੇ ਦੇ। ਕਾਰਨ ਤੇਰੀ ਮਹਿਮਾ ਵੱਧ ਰਹੀ ਆ, ਮੇਰੀ ਘਟ ਰਹੀ ਆ। ਆਖਿਆ ਸੀ ਨਹੀਂ, ਇਹ ਨਹੀਂ ਮਿਲੇਗਾ। ਮਨ ਦੇ ਰਾਮ ਲਿਆ ਹੈ ਮੋਹ। ਇਹ ਦੌਲਤ ਨਾ ਨਹੀਂ, ਇਹ ਸਮਾਂ ਦੇ ਕੇ ਮਿਲੇਗਾ। ਆਪਦੇ ਆਪ ਨੂੰ ਮਨ ਦੇ ਕੇ ਲਿਆ। ਮੈਂ ਜੇ ਤੂੰ ਇਹ ਚੀਜ਼ ਲੈਣੀ ਆ ਤਾਂ ਮਨ ਦੇ ਗੁਰੂ ਨੂੰ। ਤੇ ਰਾਮ ਲਿਆ ਹੈ ਮੋਲ, ਹਰ ਕੇ ਨਾਮ ਕੇ ਵਿਆਪਾਰੀ। ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਮਨ ਦੇ ਤੇ ਲੈ ਜਾ, ਐਵੇਂ ਨਹੀਂ ਮਿਲਣਾ। ਤਾਂ ਸਮਾਂ ਸਭ ਤੋਂ ਕੀਮਤੀ ਚੀਜ਼ ਨਾ ਤੁਹਾਡਾ ਸਮਾਂ ਹੈ ਅਸਲ 'ਚ। ਤੇ ਉਦੋਂ ਕੀਮਤੀ ਹੋ ਜਾਂਦੇ ਆ ਜਦੋਂ ਤੁਹਾਡੇ ਸਵਾਸ ਗੁਰੂ ਨਾਲ ਜੁੜਦੇ ਨੇ, ਉਹ ਸਮਾਂ ਸਫਲ ਹੋ ਜਾਂਦਾ। ਸਮਾਂ ਸਭ ਤੋਂ ਕੀਮਤੀ ਆ। ਤੁਸੀਂ ਇਹਨੂੰ ਗਵਾ ਵੀ ਸਕਦੇ ਹੋ, ਤੁਸੀਂ ਇਹਦੀ ਸਦਵਰਤੋਂ ਵੀ ਕਰ ਸਕਦੇ ਹੋ, ਦੁਰਵਰਤੋਂ ਵੀ ਕਰ ਸਕਦੇ ਹੋ। ਜਦੋਂ ਗੁਰੂ ਕੋਲੇ ਆ ਕੇ ਬਹਿੰਦੇ ਹੋ, ਉਹ ਸਮਾਂ ਬਹੁਤ ਚੰਗਾ ਹੁੰਦਾ। ਚਾਹੇ ਤੁਸੀਂ 5 ਮਿੰਟ ਆਓ, ਚਾਹੇ 15 ਮਿੰਟ ਆਉਨੇ ਹੋ, ਚਾਹੇ 10 ਮਿੰਟ ਆਉਨੇ ਹੋ, ਕਮ ਸੇ ਕਮ ਅਸੀਂ ਗਲਤ ਤਾਂ ਨਹੀਂ ਕੁਝ ਬੋਲਦੇ। ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਇੱਕ ਦਿਨ ਪੁੱਛਿਆ, ਕਹਿੰਦੇ ਮਹਾਰਾਜ ਪਾਠ ਪੜ੍ਹੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਿਛੂ ਨਾ ਜਾਣੀ। ਜੋ ਮਾਰਗ ਹਮ ਗੁਰੇ ਬਤਾਇਓ, ਇਸ ਤੇ ਹਮ ਨਹੀਂ ਜਾਏ ਚਲਾਇਓ। ਕਹਿੰਦੇ ਪਾਠ ਪੜ੍ਹੇ ਹਮ ਨਿਤ ਗੁਰਬਾਣੀ, ਪਰ ਅਰਥ ਬੋਧ ਕਿਛੂ ਨਾ ਜਾਣੀ। ਨਾ ਤਾਂ ਕਹਿੰਦੇ ਬਾਣੀ ਪੜ੍ਹਦੇ ਆ ਮਹਾਰਾਜ ਜੀ,
पर अर्थ नहीं समझ आउंदे। जो कहने हो चलिया नहीं जाता। की करिए? कहते सी संगत करनों ना हटिओ। कारण ये आ 15 मिनट आने हो, कम से कम आप गलत तो नहीं ना बोल रहे। घरे बैठे होवांगे तो बंदा कुछ ना कुछ कह ही दिंदा, इहदा हौमे इहदी कहा दिंदी आ। संगत विच 15-20 मिनट आने हो, जे मन नहीं भी टिकदा कोई गल नहीं, अज नहीं, अज होर कल होर। जिवें कहंदे हुंदे आ रोगी आ, अज दवाई कल दवाई। बाहला लम्मा रोग आ ना, बहुत जन्म बिछरे से माधो। अज होर कल होर परसों होर। संगत करनी नहीं छड्डनी चाहिदी। कम से कम गलत तो नहीं बोलते। 15-20 मिनट जो बहने आ, कम से कम गलत तो नहीं सोचते। कन्ना राही गलत चीज़ तो नहीं अंदर पाउंदे। सुनना ही आ चंगा। मन नहीं टिकदा शांति आउंदी आ नहीं आउंदी, वो बाद दीयां गल्लां ने। वो तो गुरु की किरपा ते जाके टिकनी आ। गुर प्रसाद नानक मत पाई। ये चीज़ां इन्ना क तुसी करो, संगत करनी ना छड्डो। 15 मिनट चाहे 10 मिनट। संगत करदियां अखां, संगत करदे ने कंन, संगत करदी आ जुबान। इनू सही दिशा देवो। कन्ना राही जिहड़ी चीज़ अंदर सुटोगे वो तुहाडा मन बनेगी। मूँह राही भोजन की बुरकी अंदर जाती है, मिज बनती है, मास बनती है, खून बनती है। कन्ना राही गुरु का जस अंदर जाऊगा, अनहद नाद बनेगा, सुकून बनेगा, सबर बनेगा। इवें आ। इस करके मैं भाई वीर सिंह की एक पुस्तक पढ़ी सी, गुरु नानक चमत्कार, ते उहदे विच ना एक गल लिखी है वैसे हासे वाली, पर वो फकीर ने, नाले कवि ने, नाले संत ने। वो कहते आपां वाहिगुरू वाहिगुरू जिवें कहने आ, किसी ने पुछया कहते अंदर किवें चलिया जाता। किसी ने पुछया भी रोम रोम च किवें वस जूगी चीज़ कोई। कहते जदों आपां रोटी खाने आ, चिथदे जाने आ, डंडा लैके तो नहीं अंदर मतलब करते, गले राही रोटी चिथदे आ आप ही चली जाती है अंदर, तो खून बन जाती है नसां च जाके। वाहिगुरू कही जाने आ, आप ही एक दिन अंदर उतर जाता। ये बस ਉਹਦੀ कला ही ਇਹੋ जी आ। वाहिगुरू ਇਹੋ ਜਿਹਾ मंत्र आ, तुसी जपी जाओगे पर प्यार दे नाल। शर्ते हुंदी आ, प्यार होना चाहिए। भाई नंद लाल जी की गज़ल है ना, जिच कहंदे ने, कहंदे ओ उमर ओ आयु ओ आरजू बहुत सुंदर आ, जिच तेरी याद आउंदी आ। नहीं आ नीले गुंबद दे थल्ले रहण दा कोई फायदा नहीं, एवें दिन कढते। ओ उमर बहुत चंगी आ जिहदे विच तेरी याद आउंदी आ। नहीं आ नीले गुंबद, आसमान नूं कह रहे ने, आ नीले गुंबद दे थल्ले रहण दा कोई फायदा नहीं। नंद लाल जी गुरु साहब किरपा करन, साडा हा नीले अंबर दे थल्ले, नीले गुंबद दे थल्ले रहण दा फायदा होवे, ਉਹਦੀ कुछ याद अंदर चले, ਉਹਦੀਆਂ सिमरन, ਉਹਦੀਆਂ बरकतां साडे अंदर पैदा होण। गुरु महाराज किरपा करन। यही बेनतियां ने। सारे प्यार नाल रहा करो घरां विच। जिंदगी बड़ी छोटी आ ते मिलदी मसां है। एक दूजे ते भरोसा रखो, इतबार करो, चंगियां गल्लां पढ़ो, उन्हां नूं अगे वंडो। गुरु दीयां साखियां सुन के उन्हां अगे सांझियां करो। बाणी प्यार नाल पढ़िया करो। 4 दिनां दी जिंदगी है, बहुत ही लम्मी कहानी नहीं। आपां सब ने विछड़ जाना एक दिन। ये लैके अंदर भाव जिंदगी जिउवो, तुहाडी जिंदगी च रंग भरेगी ये जिहड़ी संगत है। आओ प्यार दे नाल आपां उस वाहिगुरू नूं याद करना करिए जी। वाहे गुरु वाहे गुरु वाहे गुरु वाहे
ਵਾਹੇ ਗੁਰੂ 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 ਵਾਹੇ ਵਾਹੇ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।